वड हंस महला तीजा। अमृत नाम सद मिठा लागा। गुर शब्दी साध आया। सच्ची बाणी सहज समानी। हर जियो मन वसाया। हर कर कृपा सतगुरु मिलाया। पूरै सतगुर हर नाम ध्याया। रहाओ ब्रह्म वेद बाणी परगासी। माया मोह पसारा। महादेव ज्ञानी वरतै। घर अपने तामस बहुत हंकारा। किसन सदा अवतारी रुद्धा। कित लग तरह संसारा। गुरमुख ज्ञान रते जुग अंतर। चुकै मोह गुबारा। सतगुर सेवा ते निस्तारा। गुरमुख तरह संसारा। साचै नाए रते बैरागी। पायन मोख द्वारा। एको सच वरतै सब अंतर। सबना करे प्रतिपाला। नानक एकस बिन मैं अवर ना जाना। सबना दीवान दयाला। नानक एकस बिन मैं अवर ना जाना। सबना दीवान दयाला। वाहिगुरु जी का खालसा वाहिगुरु जी की फतेह। परम सत्कार जोग। जुग हो जुग अटल। चवर छत्र तख दे मालक। दो जहाना दे वाली। समुची कायनात नूं सांझा उपदेश देन वाले रहबर। गुरता गद्दी दे सुभाईमान सतगुरु धन धन श्री गुरु ग्रंथ साहिब महाराज जी की पावन पवित्र निघी छत्र छाया हेठ जुड़ बैठे हाँ। उस करते वाहिगुरु परमात्मा की वडियाई मालक दे गुण गा रहे हाँ। लड़ीवार चल रही गुरमत विचारा वड हंस राग दे विच। सतगुरु धन धन श्री गुरु अमरदास महाराज जी दे मुखार बिंद उच्चारण किया हुआ आदे पावन पवित्र बचन शब्द। इस शब्द विच गुरु अमरदास महाराज जी कृपा करते हैं। हर कर कृपा सतगुरु मिलाया। ये रहाव वाला बंद है। पूरा सतगुर हर नाम ध्याया। रहाव असी परमात्मा तो विछड़े हुए हाँ। जदों बाबा कबीर जी के श्लोक पढ़ते हाँ। भगत कबीर जी कहन लगे ने कि कबीर
ਚੱਕਈ ਜੋ ਨਿਸ ਬਿਸਰੈ ਆਏ ਮਿਲੇ ਪ੍ਰਭਾਤ। ਜੋ ਨਰ ਬਿਸਰੇ RAM ਸਿਓ ਨਾ ਦਿਨ ਮਿਲੇ ਨਾ ਰਾਤ। ਚੱਕਵੀ ਤੇ ਚੱਕਰਵਾ ਰਾਤ ਹੋਣ ਕਰਕੇ ਵਿਛੋੜਾ ਹੁੰਦਾ ਏ। ਉਹਨੂੰ ਪਤਾ ਕਿ ਸਵੇਰ ਹੋਣੀ ਤੇ ਆਪਾਂ ਫਿਰ ਸਾਡਾ ਮਿਲਾਪ ਇੱਕ ਦੂਜੇ ਦੇ ਨਾਲ ਹੋਵੇਗਾ। ਇਹ ਤਾਂ 4 ਪਹਿਰ ਦਾ ਵਿਛੋੜਾ ਏ। 4 ਪਹਿਰ ਦਾ ਵਿਛੋੜਾ। ਤੇ ਭਗਤ ਕਬੀਰ ਜੀ ਕਹਿਣ ਲੱਗੀ, ਹੇ ਬੰਦੇ ਤੂੰ ਪਰਮਾਤਮਾ ਤੋਂ ਕਿੰਨਾ ਵਿਛੜ ਚੁੱਕਾ ਹੈ। ਸਾਰਾ ਜਨਮ, ਸਾਰੀ ਆਰਜਾ, ਸਾਰਾ ਜੀਵਨ ਤੇਰਾ ਨਿਕਲ ਚੁੱਕਾ ਏ। ਕਈ ਦਿਨ ਨਿਕਲ ਗਏ ਨੇ, ਕਈ ਰਾਤਾਂ ਨਿਕਲ ਗਈਆਂ, ਤੂੰ ਅਜੇ ਵੀ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਚੱਕਈ ਜੋ ਨਿਸ ਬਿਸਰੈ ਆਏ ਮਿਲੇ ਪ੍ਰਭਾਤ। ਜੋ ਨਰ ਬਿਸਰੇ RAM ਸਿਓ ਨਾ ਦਿਨ ਮਿਲੇ ਨਾ ਰਾਤ। ਪਰ ਜਿਹੜੇ ਪਰਮਾਤਮਾ ਤੋਂ ਵਿਛੜ ਗਏ ਉਹ ਨਾ ਦਿਨ ਮਿਲੇ ਤੇ ਨਾ ਹੀ ਰਾਤਾਂ ਨੂੰ ਮਿਲ ਪਾਏ। ਕਿੰਨੀ ਆਰਜਾ, ਕਿੰਨੀ ਆਯੂ ਸਾਡੀ ਨਿਕਲ ਚੁੱਕੀ ਹੈ। ਜਿਹੜੇ ਮਾਲਕ ਨੇ ਕਿਰਪਾ ਕੀਤੀ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹਦੇ ਸੰਜਰੀਆ। ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ। ਮਨੁੱਖਾ ਜਨਮ ਲੈ ਕੇ ਵੀ ਜੇਕਰ ਪਰਮਾਤਮਾ ਨੂੰ ਨਹੀਂ ਮਿਲ ਪਾਏ, ਗੁਰੂ ਦੀ ਬਾਣੀ ਨਹੀਂ ਪੜ੍ਹ ਪਾਏ, ਸੱਚੇ ਰਸਤੇ ਉੱਤੇ, ਸਹੀ ਰਸਤੇ ਉੱਤੇ ਨਹੀਂ ਚੱਲ ਪਾਏ, ਤੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਦੂਸਰਿਆਂ ਕੀੜੇ ਮਕੌੜਿਆਂ, ਪਸ਼ੂ ਪੰਛੀਆਂ ਵਿੱਚ ਤੇਰੇ ਵਿੱਚ ਕੀ ਫਰਕ ਰਹਿ ਗਿਆ। ਆਦਤਾਂ ਤੇਰੇ ਵੀ ਉਦਾਂ ਦੀਆਂ ਨੇ, ਕਰਮ ਤੇਰੇ ਵੀ ਉਵੇਂ ਦੇ ਨੇ, ਪਰ ਮਨੁੱਖਾ ਜਨਮ ਲੈ ਕੇ ਵੀ ਤੂੰ ਆਪਣੇ ਆਪ ਨੂੰ ਸਵਾਰਨ ਦਾ ਯਤਨ ਨਹੀਂ ਕਰ ਪਾਏ। ਹੁਣ ਮਾਲਕ ਕਿਰਪਾ ਕਰਦੇ ਨੇ ਬਾਣੀ ਦੇ ਵਿੱਚ, ਹਰ ਕਰ ਕਿਰਪਾ ਸਤਿਗੁਰੂ ਮਿਲਾਇਆ। ਇੱਕ ਅਰਦਾਸ, ਇੱਕ ਅਰਜ਼ੋਈ ਹੈ ਮਾਲਕ ਦੇ ਅੱਗੇ, ਦਾਤਾ ਆਪਣੀ ਕਿਰਪਾ ਕਰਕੇ ਨਾ, ਰਹਿਮਤ ਕਰਕੇ ਸਾਨੂੰ ਆਪਣੇ ਨਾਲ ਮਿਲਾ। ਇੱਕ ਅਰਜ਼ੋਈ ਕਰ ਰਹੇ ਆ ਪ੍ਰਮਾਤਮਾ ਅੱਗੇ, ਰਿਕਵੈਸਟ ਹੈ, ਦਾਤਾ ਜੀ ਆਪਣੇ ਨਾਲ ਮਿਲਾਓ ਤਾਂ ਅਸੀਂ ਸਾਨੂੰ ਤੁਹਾਡੀ ਕਿਰਪਾ ਤੋਂ ਬਿਨਾ, ਤੁਹਾਡੇ ਨਾਮ ਤੋਂ ਬਿਨਾ, ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ ਅਸੀਂ ਤੁਹਾਡੇ ਨਾਲ ਨਹੀਂ ਮਿਲ ਸਕਦੇ। ਪਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਪੂਰੇ ਸਤਿਗੁਰ। ਫਿਰ ਪੂਰੇ ਗੁਰੂ ਨੇ ਕਿਰਪਾ ਕੀਤੀ, ਹਰ ਨਾਮ ਧਿਆਇਆ। ਫਿਰ ਜੀਵ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ। ਇਹ ਤਾਂ ਪੂਰੇ ਗੁਰੂ ਦੀ ਕਿਰਪਾ ਹੋਈ ਹੈ ਤੇ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ। ਬਾਣੀ ਪੜ੍ਹਦਿਆਂ ਦਾਤਾ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਪੂਰੇ ਗੁਰੂ ਦੇ ਗੁਣ ਗਾ, ਅਧੂਰਿਆਂ ਦੇ ਗੁਣ ਨਾ ਗਾਈ। ਅੱਜ ਸਾਡੇ ਹਾਲਾਤ ਬਣੇ ਹੋਣ, ਅਧੂਰਿਆਂ ਨੂੰ ਗੁਰੂ ਬਣਾਇਆ ਹੈ, ਪਰ ਪੂਰੇ ਗੁਰੂ ਨੂੰ ਧਿਆਉਣ ਦਾ ਯਤਨ ਨਾ ਕੀਤਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਗੁਰਬਾਣੀ ਕਹਿੰਦੀ ਦਾਤਾ ਤੇਰੇ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ। ਇੱਕੋ ਇੱਕ ਪ੍ਰਮਾਤਮਾ ਆਪ ਹੀ ਹੈ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਸਿੱਖ ਹਰ ਰੋਜ਼
ਇਹ ਸ਼ਬਦ ਪੜ੍ਹਦਾ ਰਹਿਰਾਸ ਬਾਣੀ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਪਰਮਾਤਮਾ ਨਾ ਕਦੀ ਜੰਮਦਾ ਹੈ ਤੇ ਨਾ ਕਦੀ ਮਰਦਾ ਏ। ਅਸੀਂ ਜਨਮ ਲੈ ਕੇ ਆਏ ਹਾਂ, ਅਸੀਂ ਆਪਣੀ ਆਰਜ਼ੂ ਦੇ ਮੁਤਾਬਕ ਇੱਕ ਨਾ ਇੱਕ ਦਿਨ ਸੰਸਾਰ ਤੋਂ ਚਲੇ ਜਾਵਾਂਗੇ, ਮਿੱਟੀ ਹੋ ਜਾਵਾਂਗੇ, ਕਿਉਂਕਿ ਸਾਡਾ ਜਨਮ ਹੋਇਆ ਹੈ। ਪਰ ਜਿਹੜੇ ਪ੍ਰਮਾਤਮਾ ਦਾ ਜਨਮ ਹੀ ਨਹੀਂ ਹੋਇਆ ਉਹ ਮਰੇਗਾ ਥੋੜੀ। ਨਾ ਉਹ ਮਰੇ ਨਾ ਹੋਵੇ ਸੋਗ। ਸਾਡੇ ਘਰ ਵਿੱਚ ਸੋਗ ਪੈਦਾ ਹੋ ਸਕਦੇ ਨੇ, ਪਰ ਪ੍ਰਮਾਤਮਾ ਦੇ ਘਰ ਵਿੱਚ ਨਹੀਂ ਹੈ। ਦਿੰਦਾ ਰਹੇ ਨਾ ਚੁੱਕੇ ਭੋਗ। ਸਾਡੇ ਘਰ ਵਿੱਚ ਪਦਾਰਥ ਮੁੱਕ ਜਾਣ, ਅਸੀਂ ਦੁਆਰੋਂ ਲੈ ਕੇ ਆਉਂਦੇ ਹਾਂ, ਪਰ ਪ੍ਰਮਾਤਮਾ ਦੇ ਘਰ ਵਿੱਚ ਨੱਕਾ ਨੱਕ ਸਾਰਾ ਕੁਝ ਭਰਿਆ ਪਿਆ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਸਭ ਤੋਂ ਵੱਡਾ ਗੁਣ ਕੀ ਹੈ ਕਿ ਪ੍ਰਮਾਤਮਾ ਤੇਰੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਪਾਏਗਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਬਾਂਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਫੜਾ ਦਿੱਤੀ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਿ ਸਭ ਹੀ ਸਿੱਖਾਂ ਨੂੰ ਹੁਕਮ ਇੱਕੋ ਹੀ ਕਿ ਤੁਹਾਡਾ ਗੁਰੂ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਉਸ ਸਮੇਂ ਵੀ ਗੱਦੀਆਂ ਲੱਗਦੀਆਂ ਰਹੀਆਂ ਨੇ। ਜਦੋਂ ਸਨ 1664 ਦੇ ਵਿੱਚ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜੋਤੀ ਜੋ ਸਮਾਉਂਦੇ ਨੇ, ਆਪਣੇ ਮੁਖ ਤੋਂ ਬਚਨ ਕਹੇ ਸਨ ਬਾਬਾ ਬਕਾਲੇ। ਕਿਉਂਕਿ ਰਿਸ਼ਤੇਦਾਰੀ ਵਿੱਚ ਲੱਗਦਾ ਵੀ ਬਾਬਾ ਹੈ ਤੇ ਬਕਾਲੇ ਦੀ ਧਰਤੀ ਤੇ ਰਹਿਣ ਵਾਲੇ ਨੇ, ਪਰ ਪਤਾ ਕਿਵੇਂ ਲੱਗੇਗਾ। ਬਕਾਲੇ ਦੀ ਧਰਤੀ ਉੱਤੇ ਵੇਖਿਆ ਜਾਵੇ ਤਾਂ ਉਸ ਸਮੇਂ ਵੀ ਦੇਹਧਾਰੀਆਂ ਨੇ ਆਪਣੇ ਆਪਣੀਆਂ ਗੱਦੀਆਂ ਲਾਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਪਣੇ ਆਪ ਨੂੰ ਗੁਰੂ ਦਾ ਦਰਜਾ ਦੇ ਦਿੱਤਾ। ਅਸੀਂ ਵੀ ਗੁਰੂ ਹਾਂ, ਅਸੀਂ ਵੀ ਗੁਰੂ ਹਾਂ। ਧੀਰਮਲ ਵਰਗਿਆਂ ਨੇ ਵੀ ਗੱਦੀ ਲਾ ਲਈ। ਧੀਰਮਲ ਵਰਗਿਆਂ ਨੇ ਵੀ ਗੱਦੀਆਂ ਲਾ ਦਿੱਤੀਆਂ ਕਿ ਮੈਂ ਅਗਲਾ ਵਾਰਿਸ ਮੈਂ ਬਣਨਾ ਹੈ। ਪਰ ਜਦੋਂ ਬੇੜਾ ਡੁੱਬਣ ਤੇ ਆਇਆ ਸੀ, ਅਰਦਾਸ ਕੀਤੀ ਕਿ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਕਿ ਸਾਡਾ ਬੇੜਾ ਪਾਰ ਕਰੋ। ਮੱਖਣ ਸ਼ਾਹ ਲੁਬਾਣਾ ਗੁਰੂ ਤੇਗ ਬਹਾਦਰ ਮਹਾਰਾਜ ਚਰਨਾਂ ਚ ਅਰਦਾਸ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਕੇ ਬੇੜੇ ਨੂੰ ਪਾਰ ਕੀਤਾ ਤੇ ਨਾਲੇ ਮੱਖਣ ਸ਼ਾਹ ਕਹਿਣ ਲੱਗਾ ਕਿ ਮੈਂ 500 ਮੋਹਰਾਂ ਦੀ ਸੁਖਨਾ ਸੁਖਦਾ ਵਾਂ ਕਿ 500 ਮੋਹਰਾਂ ਚੜਾਵਾਂਗਾ, ਭੇਟਾ ਕਰਾਂਗਾ। ਜਾ ਕੇ ਧਰਤੀ ਪਹੁੰਚਦੇ ਨੇ, ਸਭ ਦੇ ਅੱਗੇ 2-2 ਮੋਹਰਾਂ ਰੱਖੀਆਂ, 5-5 ਮੋਹਰਾਂ ਰੱਖੀਆਂ, ਪਰ ਉਹਨਾਂ ਕੀਤਾ ਕਿ ਇਹ ਮੋਹਰਾਂ ਚੁੱਕੀਆਂ ਤੇ ਚੱਲਦੇ ਬਣੇ। ਪਰ ਜਦੋਂ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਖਸੀਅਤ, ਇੱਥੇ ਉਹਨਾਂ ਅੱਗੇ ਮੋਹਰਾਂ ਰੱਖੀਆਂ ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਮੱਖਣ ਸ਼ਾਹ, ਤੂੰ ਤਾਂ ਕਹਿੰਦਾ ਸੀ ਕਿ ਮੈਂ 500 ਮੋਹਰਾਂ ਦੀ ਸੁਖਨਾ ਸੁਖਦਾ ਵਾਂ, ਇਹ ਚੜਾਵਾਂਗਾ, ਪਰ ਇਹ 5 ਮੋਹਰਾਂ ਕਿਉਂ? ਉਸ ਸਮੇਂ ਕਹਿਣ ਲੱਗੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਅਗਲਾ ਗੁਰੂ ਲੱਭ ਗਿਆ ਹੈ। ਅੰਤਰਜਾਮੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਲੱਭ ਚੁੱਕੇ ਨੇ। ਇਹ 9ਵੇਂ ਗੁਰੂ ਨੇ ਸਾਡੇ। 10ਵੇਂ ਗੁਰੂ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਮੰਨਦੇ, ਅਸੀਂ ਦੇਹਾਂ ਨੂੰ ਗੁਰੂ ਮੰਨੀ ਬੈਠੇ ਹਾਂ। ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਬੰਦੇ ਇੱਕ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ। ਪੂਰਾ ਸਤਿਗੁਰੂ ਹਰ ਨਾਮ ਧਿਆਇਆ, ਜਿਨ੍ਹਾਂ ਨੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸੱਚੇ ਪਰਮਾਤਮਾ ਦੇ ਨਾਮ ਨੂੰ ਧਿਆਇਆ। ਪਹਿਲਾ ਬੰਦ ਅੰਮ੍ਰਿਤ ਨਾਮ ਸਦ ਮਿੱਠਾ ਲਾਗਾ,
ਵਾਹਿਗੁਰੂ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਦੁਨੀਆ ਦੇ ਸਾਰੇ ਪਦਾਰਥਾਂ ਤੋਂ ਮਿੱਠਾ ਹੈ। ਦੁਨੀਆ ਦੇ ਪਦਾਰਥ ਫਿੱਕੇ ਹੋ ਸਕਦੇ ਨੇ, ਪਰ ਪ੍ਰਮਾਤਮਾ ਦਾ ਨਾਮ ਬਹੁਤ ਮਿੱਠਾ ਹੈ। ਗੁਰ ਸ਼ਬਦੀ ਸਾਧ ਆਇਆ, ਇਹਦਾ ਸਵਾਦ ਕਿਵੇਂ ਮਿਲੇਗਾ? ਚੱਖਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਨਾ ਸਵਾਦ ਕੀ ਹੈ। ਘਰ ਵਿੱਚ ਖੀਰ ਬਣਾਈ, ਜਦੋਂ ਖਾਵਾਂਗੇ ਨਹੀਂ ਮਿੱਠੇ ਦਾ ਕੀ ਪਤਾ ਲੱਗੇਗਾ? ਘਰ ਵਿੱਚ ਕੋਈ ਮਿੱਠਾ ਪਿਆ ਹੋਵੇ, ਪਰ ਜਦੋਂ ਕਿ ਚੱਖਾਂਗੇ ਨਹੀਂ, ਖਾਵਾਂਗੇ ਨਹੀਂ, ਸਾਨੂੰ ਸਵਾਦ ਨਹੀਂ ਪਤਾ ਲੱਗੇਗਾ। ਕੜਛੀ ਸਾਰਿਆਂ 'ਚ ਵੱਜਦੀ ਹੈ। ਭਾਈ ਗੁਰਦਾਸ ਜੀ ਕਹਿੰਦਾ, ਕੜਛੀ ਸਾਉ ਨਾ ਸੰਭਲੈ ਭੋਜਨ ਰਸ ਖਾਣਾ। ਕੜਛੀ ਰਾਇਤੇ ਵਿੱਚ ਵੀ ਵੱਜਦੀ ਹੈ, ਸਬਜ਼ੀਆਂ ਵਿੱਚ ਵੀ ਵੱਜਦੀ ਹੈ, ਖੀਰ ਵਿੱਚ ਵੀ ਵੱਜਦੀ ਹੈ, ਪਰ ਕੜਛੀ ਕਦੇ ਵੀ ਸਵਾਦ ਬਿਆਨ ਨਹੀਂ ਕਰ ਸਕਦੀ। ਸਤਿਗੁਰੂ ਮਹਾਰਾਜ ਜੀ ਕਹੇ, ਜਦੋਂ ਚੱਖਾਂਗੇ ਨਹੀਂ, ਸਾਨੂੰ ਗੁਰਮਤਿ ਦਾ ਕਿਵੇਂ ਪਤਾ ਲੱਗੇਗਾ? ਇਦਾਂ ਕਹਿ ਲਵੋ, ਜਦੋਂ ਅਸੀਂ ਖੁਦ ਗੁਰਬਾਣੀ ਨਹੀਂ ਪੜਾਂਗੇ ਤੇ ਸਾਨੂੰ ਗੁਰਬਾਣੀ ਬਾਰੇ ਕਿਵੇਂ ਪਤਾ ਲੱਗੇ ਗੁਰਬਾਣੀ 'ਚ ਕੀ ਕੁਝ ਹੈ? ਡਾਕਟਰ ਬਣਨ ਵਾਸਤੇ ਬੱਚੇ ਨੂੰ ਮਿਹਨਤ ਕਰਨੀ ਪੈਂਦੀ ਹੈ। ਟੀਚਰ ਬਣਨ ਵਾਸਤੇ ਡਿਪਲੋਮਾ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਬਾਕੀ ਦੁਨੀਆ ਵਿੱਚ ਜੋ ਵੀ ਕਰਮ ਕਰਾਂਗੇ, ਜੋ ਕੰਮ ਕਰਨਾ, ਉਸ ਨੂੰ ਪਹਿਲਾਂ ਅਭਿਆਸ ਕਰਨਾ ਚਾਹੀਦਾ, ਸਿੱਖਣਾ ਪਵੇਗਾ। ਸਿੱਖਣ ਤੋਂ ਬਿਨਾਂ ਕੁਝ ਵੀ ਨਹੀਂ ਹੋਏਗਾ। ਜੇ ਗੁਰਬਾਣੀ ਰੂਪੀ ਖਜ਼ਾਨੇ ਦਾ ਸਵਾਦ ਲੈਣਾ ਹੈ ਤੇ ਗੁਰਬਾਣੀ ਫਿਰ ਪੜ੍ਹਨੀ ਪਵੇਗੀ, ਗੁਰਬਾਣੀ ਵਿਚਾਰਨੀ ਪਵੇਗੀ, ਸਮਝਣੀ ਪਵੇਗੀ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਗੁਰ ਸ਼ਬਦੀ ਸਾਧ ਆਇਆ, ਗੁਰੂ ਦੇ ਸ਼ਬਦ ਦੇ ਨਾਲ ਸਵਾਦ ਹੀ ਆ ਗਿਆ, ਆਨੰਦ ਆ ਗਿਆ, ਪਤਾ ਲੱਗਾ ਕਿ ਗੁਰਬਾਣੀ ਸਭ ਤੋਂ ਮੌਲਕ ਹੀਰਾ ਹੈ। ਸੱਚੀ ਬਾਣੀ ਸਹਿਜ ਸਮਾਣੀ, ਹਰ ਜਿਉ ਮਨ ਵਸਾਇਆ। ਹਰੀ ਪ੍ਰਮਾਤਮਾ ਨੇ ਮੇਰੇ ਮਨ 'ਚ ਵਸਾ ਦਿੱਤਾ। ਇਹ ਕੀ ਵਸਾਇਆ? ਸੱਚੀ ਬਾਣੀ ਸਹਿਜ ਸਮਾਣੀ, ਆਤਮਿਕ ਜੀਵਨ ਦੇਣ ਵਾਲੀ ਇਹ ਪ੍ਰਮਾਤਮਾ ਦੀ ਬਾਣੀ, ਇਹ ਗਿਆਨ ਮੇਰੇ ਮਨ ਵਿੱਚ ਆ ਟਿਕਿਆ। ਗੁਰਬਾਣੀ ਦਾ ਗਿਆਨ ਟਿਕਿਆ, ਸਮਝ ਆ ਗਈ। ਦੂਸਰੇ ਬੰਦੇ ਮਾਲਕ ਕਿਰਪਾ ਕਰਦੇ ਨੇ, ਬ੍ਰਹਮੈ ਵੇਦ ਬਾਣੀ ਪ੍ਰਗਾਸੀ, ਮਾਇਆ ਮੋਹ ਪਸਾਰਾ। ਕਹਿੰਦੇ ਨੇ ਇਹ ਗੱਲਾਂ ਸੁਣੀਆਂ ਜਾਂਦੀਆਂ ਨੇ, ਕਹੀਆਂ ਜਾਂਦੀਆਂ ਨੇ ਕਿ ਬ੍ਰਹਮਾ ਨੇ ਧਰਮ ਗ੍ਰੰਥ ਲਿਖੇ ਨੇ। ਉਸ ਨੇ ਇਹ ਧਰਮ ਗ੍ਰੰਥ ਲਿਖੇ, ਪਰ ਨਾਲੇ ਮਾਲਕ ਕਹਿੰਦੇ ਨੇ ਕਿ ਮਾਇਆ ਮੋਹ ਪਸਾਰਾ, ਕਿ ਬ੍ਰਹਮਾ ਵੀ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਸੀ। ਪਰ ਸਾਡੇ ਮੁਤਾਬਕ ਕੀ ਹੈ? ਜਗਤ ਦੇ ਲੋਕ ਕਹਿੰਦੇ ਆ ਕਿ ਬ੍ਰਹਮਾ ਨੇ ਧਰਤੀ ਬਣਾਈ ਹੈ। ਜਿਹੜਾ ਸ਼ਿਵ ਜੀ ਏ ਇਹ ਮਾਰਨ ਵਾਲਾ ਹੈ, ਜਿਹੜਾ ਵਿਸ਼ਨੂੰ ਹੈ ਇਹ ਰਿਜ਼ਕ ਦੇਣ ਵਾਲਾ ਹੈ। ਦੁਨੀਆ ਦੇ ਵਿੱਚ ਥਾਂ ਥਾਂ ਤੇ ਮੰਦਰ ਬਣਾਏ ਗਏ ਨੇ। ਬ੍ਰਹਮਾ ਦਾ ਮੰਦਰ ਬਣਾਇਆ ਗਿਆ, ਕਹਿੰਦੇ ਧਰਤੀ ਬਣਾਈ ਹੈ, ਸ੍ਰਿਸ਼ਟੀ ਬਣਾਈ ਹੈ। ਕੋਈ ਸ਼ਿਵ ਜੀ ਦਾ ਪੁਜਾਰੀ ਬਣਿਆ, ਮੌਤ ਤੋਂ ਡਰਦਾ ਹੈ ਲੋਕ, ਤੇ ਸ਼ਿਵ ਜੀ ਦੇ ਮੰਦਰ ਵਿੱਚ ਜਾ ਮੱਥਾ ਟੇਕਦੇ ਨੇ, ਮੌਤ ਨਹੀਂ ਆਵੇ। ਰਿਜ਼ਕ ਲੈਣ ਵਾਸਤੇ ਵਿਸ਼ਨੂੰ ਭਗਵਾਨ ਦੀ ਪੂਜਾ ਕਰਦੇ ਨੇ। ਪਰ ਮੇਰੇ ਮਾਲਕ ਦੀ ਬਾਣੀ ਸਿੱਖ ਰੋਜ਼ ਪੜ੍ਹਦਾ ਏ, ਦਾਤਾ ਕਰਨ ਏਕਾ ਮਾਈ ਜੁਗਤ ਵਿਆਈ। ਇੱਕ ਮਾਈ ਮਾਇਆ ਕਿਸ ਜੁਗਤੀ ਦੇ ਨਾਲ ਪ੍ਰਸੂਤ ਹੋ ਗਈ। ਤਿੰਨ ਚੇਲੇ ਪਰਵਾਨ, ਤਿੰਨ ਚੇਲਿਆਂ ਨੂੰ ਜਨਮ ਦਿੱਤਾ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਪਰ ਮੇਰੇ ਮਾਲਕ ਅੱਗੇ ਕੀ ਕਹਿੰਦੇ ਨੇ? ਜੀਵ ਤਿਸ ਭਾਵੈ ਤਿਵੈ ਚਲਾਵੈ, ਜੀ ਹੋਵੈ ਫੁਰਮਾਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੀ ਸਵਾਲ ਕੀਤਾ ਤੇ ਨਾਲ ਹੀ ਸਵਾਲ ਦਾ ਜਵਾਬ ਦੇ ਦਿੱਤਾ।
एक संसारी, एक भंडारी, एक लय दी बाण। ये लोगों के कहने ने, दुनिया कहती है ये गल्लां, पर मालिक कहते कि जीवत सुभाव है तिवें चलावै। जिवें परमात्मा चंगा लगता है परमात्मा उवें चलाउंदा है। मालिक ने ना तो ब्रह्मा नूं पुछना है, ना शिव जी नूं पुछना, ते ना विष्णु भगवान नूं पुछना है। गुरबाणी का बचन आपां पढ़दे हां, गौतम तपा अहल्या इस्त्री, तिस देख इंद्र लुभाया, सहस शरीर चिन्ह पग होए ता मन पछुताया। ये गुरबाणी का बाग सतगुरु गुरु नानक देव महाराज जी का। कहेंगे ये तो अपनी धियां उत्ते भी मोहित हो गए सन, इन्हां दा करैक्टर इन्हां डिग्गिया होया सी, अपनी धियां नूं नहीं बख्शिया। गौतम तपा अहल्या इस्त्री, ये गौतम ऋषि होया, कहन लगे बड़ी वड्डी तपस्या करदा है। अहल्या इस्त्री, इनकी इस्त्री का नाम सी अहल्या। तिस देख इंद्र लुभाया, जो इंद्र देवता कहने आ, इंद्र देवते दे मन विच काम वासनावां पैदा हुई, ते गौतम तपे अहल्या इस्त्री पाके उन्हें ते मोहित हो गया। ये सतगुरु महाराज ये बाणी का वाक, दाता जी कहने लगे कि परमात्मा तो बिना साडा कोई भी सहारा नहीं है। महादेव ज्ञानी वरतै, घर अपने तामस बहुत हंकारा। तामस, ताम दा पाउंदा क्रोध, बहुत हंकारा, ये बड़ा हंकारिया ही। वो कौन है? महादेव। महादेव का भाव है शिव जी। महादेव ज्ञानी वरतै, ये दुनिया के लोग कहते हैं कि शिव जी बड़ा ज्ञानवान सूझवान सी, बड़ा समझदार सी, पर इनके घर विच की, घर अपने हिरदे रूपी घर दे विच तामस बहुत हंकारा, इनू हंकार भी बड़ा सी ते क्रोध भी बड़ा सी। जो आप बाणी पढ़ते हैं ना, भगत नामदेव जी की बाणी पढ़ो, गुरबाणी सानू सारे शब्द मौजूद ने, मिलणगे। भगत नामदेव जी कहने लगे, आज नामे बिठल देखिया, मूर्ख को समझाऊं रे। हे पंडित मेरे को आके बैठ, मैं तेनू दसना वा कि परमात्मा किवें मिलदा है। भगत नामदेव जी, पंडित जी ते भगत नाम की चर्चा होंदी, विचार होंदी है, ते पंडित इन्हां उत्ते बड़ा भरोसा रखदा, देवतियां उत्ते। ते भगत नामदेव जी कहंदे ने कि मेरे कोल आके बैठ, तेनू दसना वा कि परमात्मा किवें मिलदा है। जिन्हां विचों तू रब लभण दा यतन करदा, अक्सर वो रब है ही नहीं। आज नामे बिठल देखिया, मूर्ख को समझाऊं रे। पांडे तुमरी गायत्री, लोधे का खेत खाती थी। कहन लगे तुहाडी गायत्री मंत्र बनी किवें है? एक लोधा जिमीदार होया, लोधे जिमीदार दी फसल विच गां वड़ गई, उसे गां ने उसे फसल नूं तबाह कर दिता, लत्तां दे नाल मधेड़ दिता, अद्धी खा गई। ते लोधे जिमीदार ने डांग हाथ विच लई ते गां दी एक लत्त भन दिती, एक लत्त टुट गई, तिन्नां लत्तां दे नाल ओ फिर गायत्री मंत्र बनिया। भगत नामदेव जी कहन लगे, मूर्ख समझाओ रे पांडे तुमरी गायत्री, लोधे का खेत खाती थी लेकर ठिंगा, टंगरी तोरी लांगत लांगत जाती थी। पांडे तुमरा महादेव, धोले बलद चढ़िया आवत देखा था, मोदी के करखाना पाका वाका लड़का मारिया था। हे पंडित जी, मैं तुहाडे शिव जी भगवान बारे बड़ा कुछ सुनिया, तुहाडे ग्रंथ कहंदे ने ये गल्लां, अपने ग्रंथां दा तुसीं आप ही सुनाने हो ना, हवाले दिंदे हो। ये हवाले की देंदे ने कि होया कि शिव जी भगवान नूं एक दिन किस ने अपने घर विच सद लिया,
भोजन उत्ते भोजन छकण वास्ते घर भी सद्दिया ते घर वाले ने बड़ी श्रद्धा भावना दे नाल भोजन तैयार किया ते भोजन च नमक घट सब्जी घट नमक पिया जे नमक घट तो मंग लै परिवार वालों मना थोड़ी किया ही इसने श्राप दिता ते घर वाला ही बच्चा मार दिता। ये गुरबाणी भगत नामदेव जी कहन लगे तुहाडे ग्रंथां दे हवाले मिलते ने पांडे तुमरा महादेव धोले बलद चढ़िया आवत देखिया था। ये चिट्टे बलद की सवारी दी चिट्टे बलद ते आउंदा वेखिया मैं। मोदी के करखाना पाका वाका लड़का मारिया था। पांडे तुमरा रामचंद सोपी आवत देखिया था। मैं तुहाडा रामचंद भी दी कथा सुनी है। रावण सेती सरबर होई घर की जोए गवाई थी। इंदी रावण दे नाल लड़ाई हो गई ते घर वाली गवा के बैठ गया सीता। जेड़ा अपनी सीता नहीं बचा पाया तुहानू किवें बचाएगा। आ मेरे कोल बैठ मैं तेन दसना वा कि परमात्मा किवें मिलदा है। फिर भगत नामदेव जी कहन लगे हिंदू अन्ना तुरकू काना दूहां ते ज्ञानी सियाणा। हिंदू अन्ना किवें है कहन लगे अन्ना आपां कहने जिहदे दो अखां ही कोनी है ते काना आपां कहने जिहदी एक अख काम करदी एक अख काम नहीं करदी। जिहदियां दो अखां कोनी उहनूं आपां काना कह दिंदे आ उहनूं आपां अन्ना कह दिंदे आ। इन्दियां दो अखां किवें खराब हो गईयां। एक तां इह देवतियां नूं ही परमात्मा समझ के बैठ गया एक एक कर्म कांड करदा है इस करके दो अखां खराब हो गईयां। तुरकू काना मुसलमान भी ये कला काबे दे विच परमात्मा समझदा है कि साडा परमात्मा मक्के काबे दे विच है। दूहां ते ज्ञानी सियाणा ज्ञानी कौन है जिन्हों ज्ञान की समझ हो जाए भावें हिंदू वीर होवे ते भावें मुसलमान होवे जिन्हों ज्ञान की समझ है वह ज्ञानी है। दूहां ते ज्ञानी सियाणा हिंदू पूजै दोहरा मुसलमान मसीत नामे सोई सेविया ना दोहरा ना मसीत। नामे उसनूं सिमरिया ना वो मंदिरां च वसिया ना पत्थरां दे विच कि जिहड़ा सारी कायनात कुदरत वस वसदा है। भगत नाम जी कहन लगे मैं उस वाहिगुरू परमात्मा नूं सिमरिया है। सिख ना तां मूर्तियां दा पुजारी ना पत्थरां दा पुजारी। सिख कादा पुजारी शब्द दा पुजारी ज्ञान दा पुजारी है। इसे प्रथाए मेरे मालक जी कृपा करते ने। महादेव ज्ञानी वरतै। महादेव शिव जी कहन लगे बड़ा सूझवान समझदार अपने तामस बहुत हंकारा पर इहदे घर विच क्रोध है। इहदे हिरदे रूपी घर विच हंकार है। किसन सदा अवतारी रुद्धा कित लग तरह संसारा। अगे सतगुरु महाराज जी कृपा करते विष्णु दी। विष्णु बारे कह रहे ने किसन का भाव है किसनू विष्णु अवतार कह लगे अवतार बड़े धारण करता है। किसन सदा अवतारी रुद्धा कित लगे तरह संसारा। फिर सानू समाज समुंदर तो ये पार किवें कर सकता है। जो आप पार नहीं होया सानू भी पार नहीं कर पाएगा। पर मालिक कृपा करदे गुरमुख ज्ञान रते जुग अंतर। पर जिहड़े गुरु दे सन्मुख होके ज्ञान विच रते जांदे ने रंगे जांदे ने चुकै मोह गुबारा। उन्होंने अपने अंदर हंकार नूं मोह नूं मिटा लिया खत्म कर लिया। सतगुर सेवा ते निस्तारा गुरमुख तरह संसारा। सतगुर सेवा ते निस्तारा गुरमुख तरह संसारा। गुरु दे सन्मुख होके ही बंदा इस भव सागर समुंदर तो पार होएगा। जिन्हों गुरु दी सेवा दी लगन लग पई साचै नाए रते बैरागी पायन मोख द्वारा। वो परमात्मा दे नाम विच रते जांदे ने ते दुनिया दे मोह वालों बैरागी बन जांदे ने।
ਤੇ ਮਾਲਕ ਕਿਰਪਾ ਕਰਦੇ ਮੋਖ ਦੁਆਰਾ, ਮੋਖ ਦਾ ਭਾਵ ਹੈ ਮੋਹ। ਇਹ ਬੰਦੇ, ਇਹ ਗੁਰਮੁਖ ਪਿਆਰੇ ਮੋਹ ਤੋਂ ਬਚ ਜਾਂਦੇ ਨੇ, ਮੋਹ ਨੂੰ ਆਪਣੇ ਜੀਵਨ ਵਿੱਚ ਕੱਢ ਦਿੰਦੇ ਆ। ਤੇ ਫਿਰ ਦਾਤਾ ਕਹਿੰਦੇ ਏਕੋ ਸੱਚ ਵਰਤੈ ਸਭ ਅੰਤਰ, ਸਾਰਿਆਂ ਦੇ ਹਿਰਦੇ ਰੂਪੀ ਘਰ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਜਗ ਰਹੀ ਹੈ, ਬਲ ਰਹੀ ਹੈ। ਸਭਨਾ ਕਰੇ ਪ੍ਰਤੀਪਾਲਾ, ਉਹ ਪ੍ਰਮਾਤਮਾ ਸਭ ਦੀ ਪਾਲਣਾ ਕਰਦਾ ਹੈ। ਭਾਵੇਂ ਹਿੰਦੂ ਵੀਰ ਹੈ, ਮੁਸਲਮਾਨ ਹੈ, ਜੈਨੀ ਬੋਧੀ ਕੋਈ ਵੀ ਹੋਵੇ, ਸਭ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਆਪ ਹੈ। ਨਾਨਕ ਏਕਸ ਬਿਨ ਮੈਂ ਅਵਰ ਨਾ ਜਾਣਾ, ਨਾਨਕ ਕਹਿੰਦਾ ਹੈ ਮੈਂ ਇੱਕ ਵਾਹਿਗੁਰੂ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਨੂੰ ਨਹੀਂ ਪਤਾ ਕਿ ਦੂਜਾ ਤੀਜਾ ਕੌਣ ਹੈ, ਮੈਂ ਤਾਂ ਕੇਵਲ ਪ੍ਰਮਾਤਮਾ ਤੇ ਵਿਸ਼ਵਾਸ ਕਰਦਾ ਵਾਂ, ਭਰੋਸਾ ਕਰਦਾ ਵਾਂ। ਸਭਨਾ ਦੀਵਾਨ ਦਿਆਲਾ, ਪਰ ਜਿਹੜਾ ਸਾਰਿਆਂ ਦੇ ਇੱਕੋ ਵਾਹਿਗੁਰੂ ਪ੍ਰਮਾਤਮਾ ਦਇਆ ਦਾ ਘਰ ਹੈ, ਉਸੇ ਵਾਹਿਗੁਰੂ ਪ੍ਰਮਾਤਮਾ ਨੂੰ ਸਿਮਰ, ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਯਾਦ ਕਰਨ, ਤਾਂ ਕਿ ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਇਤਨਾ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।